प्यारे है संगत जीओ, दास कोशिश करता है कि संगत कुछ ना कुछ नवा लैके आइए। अपना मुढ़ की आ उहदे प्रति सच्चे पातशाह जी ने लिखी हुई पहली चिट्ठी ते उहदा वेरवा उहदे च पहली बारी सो महाराज शेर सिंह जय का जयकारा कदों ते कित्थे लगा, बहुत कुछ है। थोड़ा समा दास घट लेंदा, इस करके एक मसला होर भी बड़ा तगड़ा है जिहड़ा कई दिनों तो चले आउंदा। पहला ये काम कर लगे, आओ जयकारे ला के। ये चिट्ठी के दो हिस्से आ, एक ए चल के ते इत्थे आके खत्म हो जाता और सच्चे पातशाह जी के दस्तखत पंजाबी विच भी ते हिंदी विच, सॉरी अंग्रेजी विच। अगे दूसरी चिट्ठी है, इत्थे भी इसे तरह दस्तखत। लो प्यारे गुरमुखो पढ़ो जरा, जयकारे ला लो, महाराज तो मेहर मंग लो। सोहंग महाराज शेर सिंह विष्णु भगवान दी जय। 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 नोट आप 2000 बिकरमी 26 पो दिन ਦੇ 10:30 ਵਜੇ ਆਪਣੇ ਆਪ ਵਿੱਚ ਸਮਾ ਗਏ। 2000 ਬਿਕਰਮੀ 26 ਅਤੇ 25 ਪੋਹ ਦੀ ਰਾਤ 12 ਵਜੇ ਮਹਾਰਾਜ ਸ਼ੇਰ ਸਿੰਘ ਨੇ ਆਪਣੀ 5 ਤਤ ਦੇਹ ਲੋਕਮਾਤ ਪਿੰਡ ਕਵਿੰਡ ਵਿੱਚ 52 ਸਾਲ ਹੰਡਾ ਕੇ ਆਪਣਾ ਚੋਲਾ ਬਦਲਣ ਤੋਂ ਪਹਿਲੇ ਆਪਣੀ ਨਿਰਗੁਣ ਜੋਤ ਪੂਰਨ ਸਿੰਘ ਸਪੁੱਤਰ ਪਾਲ ਸਿੰਘ ਦੇ ਵਿੱਚ ਇਟਲੀ ਦੇ ਸ਼ਹਿਰ ਬਿੰਡਸੀ ਵਿੱਚ ਫੌਜੀ ਨੌਕਰੀ ਦੇ ਸਮੇਂ 8 ਜਨਵਰੀ 1944 ਨੂੰ ਜਾ ਪ੍ਰਵੇਸ਼ ਕੀਤੀ ਅਤੇ ਗੁਰਬਾਣੀ ਦਾ ਅਥਾਹ ਪ੍ਰਕਾਸ਼ ਕਰਕੇ ਸ਼ਬਦ ਚਲਾਇਆ। ਬਿੰਡਸੀ ਸ਼ਹਿਰ ਸਮੁੰਦਰ ਕਿਨਾਰੇ ਬੜਾ ਮਸ਼ਹੂਰ ਹੈ ਜੀ। ਉਸ ਦਾ ਸਾहिल 10 ਮੀਲ ਤੱਕ ਹੈ। ਮਕਾਨ ਹਵਾਦਾਰ ਅਸਮਾਨ ਨਾਲ ਗੱਲਾਂ ਕਰਦੇ ਹਨ। ਸਮੁੰਦਰ ਦੇ ਕਿਨਾਰੇ ਵੱਡੀ ਬੰਦਰਗਾਹ ਉੱਥੇ ਹੈ ਜਿੱਥੇ ਉਸ ਸਮੇਂ ਹਰ ਪ੍ਰਕਾਰ ਦੇ ਸਮੁੰਦਰੀ ਜਹਾਜ਼, ਕਰੂਜ਼ਰ, ਡੁਕਸੀ, ਕਿਸ਼ਤੀਆਂ, ਤਾਰ ਪੇਡੂ ਮਾਨਵਰ ਆਉਂਦੇ ਜਾਂਦੇ ਹਨ। ਅਮਰੀਕਨ, ਅੰਗਰੇਜ਼ੀ, ਇੰਡੀਅਨ ਫੌਜ ਬੜੇ ਜ਼ੋਰ ਨਾਲ ਜਰਮਨ ਨੂੰ ਦਬਾ ਰਹੀ ਸੀ। ਪੂਰਨ ਸਿੰਘ 13/12 ਪਲਟਨ ਦੀ ਇਹ ਕੰਪਨੀ ਵਿੱਚ ਕੁਆਟਰ ਮਾਸਟਰ ਦਾ ਕੰਮ ਕਰਦੇ ਹੁੰਦੇ ਸੀ ਅਤੇ ਸ਼ਹਿਰ ਵਿੱਚ ਇੱਕ ਪੁਰਾਣੀ ਫੈਕਟਰੀ ਸੀ, ਉੱਥੇ ਕੰਪਨੀ ਰਹਿੰਦੀ ਸੀ।
ਉੱਥੇ ਨਿਤ ਜੋਤ ਦਾ ਪ੍ਰਕਾਸ਼ ਅੰਦਰੇ ਅੰਦਰ ਹੁੰਦਾ ਸੀ। ਇਸੇ ਸ਼ਹਿਰ ਵਿੱਚ ਮਾਦਰੇ ਬ੍ਰਿੰਸੀ ਬੜਾ ਵੱਡਾ ਗਿਰਜਾ ਹੈ ਯਿਸੂ ਮਸੀਹ ਦਾ, ਜਿੱਥੇ ਪੂਰਨ ਸਿੰਘ ਨੂੰ ਮਸੀਹਾਂ ਨੂੰ ਆਪਣੇ ਅੰਤ ਸਮੇਂ ਵਿੱਚ ਦਰਸ਼ਨ ਦਿੱਤੇ ਅਤੇ ਆਪਣੀ ਓਟ ਜਾਣੀ ਦਿਸ਼ਾ ਵਿਖਾਈ ਹੈ। ਇਹ ਸ਼ਹਿਰ ਸੁੰਦਰਤਾ ਵਿੱਚ ਬੜਾ ਵੱਧ ਚੜ੍ਹ ਕੇ ਹੈ। ਸ਼ਹਿਰਗਾਹ ਅਤੇ ਬਗੀਚੇ ਥਾਂ ਥਾਂ ਹਨ, ਪਰੰਤੂ ਲੜਾਈ ਦਾ ਹੱਲ ਕਰਕੇ ਵੀ ਰੌਣਕ ਸੀ। ਇਸ ਤੋਂ ਅਜਿਹੀ ਕਿਰਪਾ ਹੋਈ ਕਿ ਹਿੰਦੁਸਤਾਨ ਆਉਣ ਦਾ ਪ੍ਰਬੰਧ ਹੁੰਦਾ ਗਿਆ ਅਤੇ ਵਿਸਾਖੀ ਵਾਲੇ ਦਿਨ 2001 ਬਿਕਰਮੀ ਨੂੰ ਬੰਬਈ ਵਾਪਸ ਆਏ। ਫਿਰ ਕਲਿਆਣ ਕੈਂਪ ਵਿੱਚ ਰਹਿ ਕੇ 28 ਵਿਸਾਖ ਨੂੰ ਸਿਆਲਕੋਟ ਆਏ ਅਤੇ ਸਿਆਲਕੋਟ ਡਿਪੂ ਵਿੱਚੋਂ 3 ਜੇਠ 2001 ਬਿਕਰਮੀ ਨੂੰ ਪਿੰਡ ਚੱਕ ਨੰਬਰ 27 ਜ਼ਿਲ੍ਹਾ ਲਾਇਲਪੁਰ ਪੁੱਜਾ। ਉੱਥੇ ਦਿਨ ਸ਼ਾਮ ਦੇ 7 ਵਜੇ ਘਰ ਮੰਜਿਆਂ ਤੇ ਪਿਆ ਹੀ ਜੋਤ ਪ੍ਰਵੇਸ਼ ਹੋ ਗਈ ਅਤੇ 8 ਵਜੇ ਤੱਕ ਕੋਈ ਪਤਾ ਨਾ ਲੱਗਾ। ਜਾਂ ਘਰ ਦੇ ਉਠਾਉਣ ਲੱਗੇ ਤੇ ਵੇਖਿਆ ਨਬਜ਼ ਬੰਦ ਹੈ। ਸਾਰੇ ਪਰਿਵਾਰ ਵਿੱਚ ਹਲਚਲੀ ਮਚ ਗਈ ਅਤੇ ਰੋਣ ਲੱਗ ਪਏ ਅਤੇ ਸਾਰੇ ਇਕੱਠ ਹੋਏ। ਪ੍ਰੀਤਮ ਸਿੰਘ ਦੇ ਆਉਣ ਨਾਲ ਇੱਕਦਮ ਮਹਾਰਾਜ ਸ਼ੇਰ ਸਿੰਘ ਨੇ ਸ਼ੇਰ ਵਾਂਗੂ ਗਰਜ ਕੇ ਕਿਹਾ ਕਿ ਅਸੀਂ ਜੋਤੀ ਜਾਮਾ ਪਾ ਕੇ ਆ ਗਏ ਹਾਂ। ਨਾਲ ਹੁਕਮ ਦਿੱਤਾ ਕਿ 5 ਜੇਠ ਸਾਡਾ ਜਨਮ ਦਿਨ ਕਮਿੰਡ ਮਨਾਇਆ ਜਾਵੇਗਾ। ਅਗਲੇ ਦਿਨ ਹੀ ਤਿਆਰ ਹੋ ਕੇ ਪੂਰਨ ਸਿੰਘ ਅਤੇ ਰਣਜੀਤ ਕੌਰ ਹੋਰ ਕਰਕੇ ਸੰਗਤ ਕਮਿੰਡ ਪੁੱਜੇ। ਪਾਤਸ਼ਾਹ ਆਪਣੇ ਜਨਮ ਦਿਨ ਉੱਤੇ ਜੋਤ ਪ੍ਰਗਟ ਕਰਕੇ ਨਾਰਾ ਲਾਇਆ, ਸੋ ਹਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਆਪਣੀ ਸਮਾਧ ਉੱਤੇ ਚੜ੍ਹ ਕੇ 16 ਪਹਿਰ ਬਹੁਤ ਬਚਨ ਲਿਖਾਏ। ਠੀਕ ਆ, ਇੱਕ ਚਿੱਠੀ ਹੋ ਗਈ। ਹਾਂਜੀ, ਇੱਧਰਲੀ ਸਾਈਡ ਵਾਲੇ ਆ ਰਹੀ। ਚਲੋ ਕੋਈ ਨਹੀਂ, ਜਕਾਰੇ ਲਾ ਲਓ। ਕਿੱਥੇ ਕੁ ਤੱਕ ਆਪਣੇ ਇੱਥੋਂ ਤੱਕ। ਹਾਂ ਬਸ ਠੀਕ ਹੈ, ਚਲੋ ਠੀਕ ਹੈ, ਲਾ ਲਓ ਜਕਾਰੇ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਚਲੋ ਬੱਤੀ ਨੇ ਵੀ ਠੀਕ ਕੀਤਾ ਜੋ ਕੀਤਾ। ਚੱਲਦਾ ਕਿ ਨਹੀਂ? ਹਾਂ ਦੇ ਦਿਓ, ਬਹਿ ਜਾਓ। ਇਹ 2 ਚਿੱਠੀਆਂ ਹਨ। ਅਸਲ ਇਹਦਾ ਮੈਂ ਆਪਣੇ ਕੋਲ ਲੈਮੀਨੇਸ਼ਨ ਕਰਾ ਕੇ ਰੱਖਿਆ ਹੋਇਆ। ਫੋਟੋ ਸਟੇਟ ਮੇਰੇ ਕੋਲ 5-7 ਹੈਗੀਆਂ। ਕਿਸੇ ਦੇ ਦਿਲ ਵਿੱਚ ਖਾਸ਼ ਹੋਵੇ ਉਹ ਮੇਰੇ ਕੋਲੋਂ ਬਾਅਦ 'ਚ ਲੈ ਸਕਦਾ। ਬਹੁਤ ਮਹਾਤਮ ਹੈ ਇਸ ਦਾ। ਕਈ ਵਾਰੀ ਸਵਾਲ ਪੁੱਛ ਲਿਆ ਜਾਂਦਾ, ਲੋਕ ਮਾਤ 'ਤੇ ਪਹਿਲੀ ਵਾਰੀ ਜਕਾਰਾ ਕਦੋਂ ਤੇ ਕਿੱਥੇ ਲੱਗਾ? 5 ਜੇਠ ਸ਼ਹਿਨਸ਼ਾਹੀ 2001 ਬਿਕਰਮੀ ਕਵਿੰਡ ਸਮਾਧ 'ਤੇ। ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸੋਹਣੀਆਂ ਮਹਾਰਾਜ ਜੀ ਕਿਰਪਾ ਕੀਤੀ ਹੈ ਮੁੱਢ ਦੀ। ਹੁਣ ਪਹਿਲੀ ਤਾਂ ਗੱਲ ਇਹ ਆ ਬਈ ਮੈਂ ਤੁਹਾਡੇ ਵਰਗਾ ਬੜੀ ਵਾਰ ਆਖਿਆ, ਜਦੋਂ ਕਿਤੇ ਇੱਦਾਂ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਆ ਜਾਇਆ ਕਰੋ। ਇੱਥੋਂ ਤੱਕ ਐਨ ਖੂਬੇ ਹੋਵੋਂ। ਅਤੇ ਬਾਕੀ ਬੱਚਿਆਂ ਨੇ ਕੁਝ
ਬੱਚਿਆਂ ਤਾਂ ਨਹੀਂ ਕਹਿ ਸਕਦਾ, ਹਰ ਸੰਗਤ ਨੇ ਕੋਈ ਇੱਕ ਮਸਲਾ ਰੱਖਿਆ ਸੀ ਕਿ ਜਨਮ ਹੈਗਾ ਕੋਈ, ਕੀ ਅਸੀਂ ਮਰ ਕੇ ਬਾਅਦ 'ਚ ਜੰਮਦੇ ਹਾਂ, ਇਹ ਸਾਰਾ ਕੁਝ ਕੀ ਹੈ, ਉਹਦੇ ਉੱਤੇ ਦਾਸ ਬਾਣੀ ਰਾਹੀਂ ਤੁਹਾਡੇ ਨਾਲ ਬਚਨ ਕਰੂਗਾ। शहनशाही सम्मत 2 की लिखत है 26 पोह की। जदों आनंदपुर छड्डिया उहदा सारा सीन सच्चे पातशाह जी ने बाहरों जलूस दे विच लिआंदा, हर एक नूं कोई ना कोई आइटम दिती गई सी जिद्दां जिद्दां दा उहदा लेखा पता सी। 3 गुरमुख जिन्हां नूं 3 गड्ढे दिते गए सी, ये ओह 3 गुरमुख सन। जदों आनंदपुर छड्डिया ते मुसलमानां कहा सी गल सुनो, तुसीं इदां करो चले जो, असीं तुहानूं कुछ नहीं कहिंदे। दसम पातशाह ने कहा, आम कहावत सुनी भी तुसीं होनी आ कि मुसलमान जे तेल दे सरों तेल ला के ना सरों की बांह तोड़ तक इन्नियां सौहां खा लवे नहीं मनना। सिख नहीं मन्ने, उन्हां कहा चंगा फिर वो समा भी बड़ा माड़ा सी, इन्ने दिन भुखे रहना कुछ करना हर एक। उस वेले दियां कुछ लिखतां वा उन्हां दे लेखे पत्ते दियां। उस वेले जदों उन्हां 3 गड्ढे 3 गुरमुखां नूं लैके तोड़ दिता रात दे 10 11 12 वजे, उन्हां दे उत्ते आ जिहड़ियां अपणियां फलकारियां हुंदियां लाल रंग दियां ये पातियां। जदों वो थोड़ा बाहर निकले, उन्हां दी हजूरत तो जे पिछे सी उन्हां ने अगों लुट लै। मार लो इसे फिर निकलिया की उहदे विचों, उन्हां विच जो घर दा कूड़ा करकट हुंदा वो इकट्ठा करके ते उत्ते कपड़ा पाया सी। फिर दसम पातशाह ने कहा, देख लो किन्ना कि तुसीं इन्हां दा क्या मन्नोगे। इसे करके तुहानूं पहिलां कहा सी वीरो, वो गुर अवतार पैगंबरां दे सारे लेखे सी पिछले, वो जिहड़े सारे उस वेले इकट्ठे कीते सी। बाकी समयां दे विच दास नूं भी ड्यूटी घोड़े दी मिलदी रही, पर उदों मैनूं एक बूरी मझ फड़ाई गई सी सब तो जलूस दे अगे, जिहड़ी कि 480 रुपए की 1 महीना पहलां मंगवा ली सी। ਉਹਦੇ 'ਚ कुछ लिखत आउंदी है सारे गुरु पीरां दी। इसे तरह तो 2 लाइनां सुना के मैं अगे चले जाना। गोरे अवतार पैगंबर कहण, साडी आसा करदे पूरी, एक मझ होवे विच पूरी। हरजीत सिंह उस दे अगे शोभा पाई आ, सिंह सलखण सिर ते चुकी होवे फूड़ी, सफा 2 जहान उलटाई आ। सरजीत कौर ने अगे ते एक पिछे कीती होवे जूड़ी, रिखियां मुनियां दा मान गवाई आ। वरियाम कोर छन्ना कुट के चूरी, प्रभ नूं चूरमा बना के दे खुआई आ वगैरह ये चलदी आ। रात आ गया, विहार हो गया शुरू। जिद्दां हुण असीं पिछे बहिने आ लोक लोके, ये पुराने जन्मां कर्मां दे हिसाब किताब आ, इसे तरह ही चलदे आउंदे आ। इसे तरह गुरमुख बहिंदे सी ते महाराज जी अपने सिंघासन तो उठे ते छपा छप उन्हां दे विच जा खड़े होए। 7 रंगा निशान कोल सी, उन्हां दे कुछ लेखे सी, जरा सुनियो। गोरे अवतार पैगंबर कहण, आ कुछ बैठे दिसणा अंधेरे, क्यों अखां बंद कराई आओ। पिछे बहन का कारण यह हो जाता, काम जो होना हो जाना, आप रमान ना सौना अखां बंद करके, कोशिश नहीं करनी सुन।
ਪੁਰਖੇ ਅਕਾਲ ਕਹੇ ਇਹ ਗੁਰ ਅਵਤਾਰ ਪੈਗੰਬਰ ਕਹਿੰਦੇ ਆ। ਇਹ ਜਨਮਾਂ ਜਨਮਾਂ ਦੀ ਗੱਲ ਨਾਲ ਆਉਂਦੀ ਜਾਣੀ ਹੈ। ਇਹਨਾਂ ਦੇ ਰਾਮਚੰਦਰ ਤੋਂ ਪਹਿਲਾਂ ਦੇ ਡੇਰੇ ਆਰਾਮਦਾਇਕ ਵਾਹੀ ਆ। ਇਹਨਾਂ ਦਾ ਲੇਖਾ ਪੱਤਾ ਰਾਮਚੰਦਰ ਨਾਲ ਸੀ, ਉਦੋਂ ਦਾ ਲੈ ਕੇ ਇਹਨਾਂ ਦਾ ਤੁਰਿਆ ਆਉਂਦਾ। ਇੱਥੇ ਸਮਝ ਲਓ ਜਨਮਾਂ ਦਾ ਲੇਖਾ। ਕ੍ਰਿਸ਼ਨ ਕਿਹਾ ਇੱਥੇ ਮੇਰੇ ਦੁਆਰੇ ਖੇੜੇ, ਖਿੜਕੀ ਕੁੰਡਾ ਦਿਆਂ ਖੁਲਾਈਆਂ। ਆ ਗਈ ਕ੍ਰਿਸ਼ਨ ਕਹਿੰਦਾ ਇਹਨਾਂ ਨੇ ਮੇਰੇ ਨਾਲ ਵੀ ਲੈਣੇ ਦੇਣੇ ਹੈਗੇ ਆ। ਈਸਾ ਕਹੇ ਇਹਨਾਂ ਵਿੱਚੋਂ ਥੋੜੇ ਬਤੇਰੇ ਜੋ 7 ਗਿਣਤੀ ਵਿੱਚ ਨਜ਼ਰੀ ਆਏ ਆ। ਇਹ ਉਹਨਾਂ ਸਾਰਿਆਂ ਦਾ ਹੁਣ ਜਨਮਾਂ ਦਾ ਲੇਖਾ ਤੁਰਿਆ ਆਉਂਦਾ। ਈਸਾ ਦੇ ਵਿੱਚ ਉਹ 7 ਜਣੇ ਸੀ ਉਸ ਵੇਲੇ। ਮੂਸਾ ਕਹੇ ਇੱਕੀਆਂ ਦੇ ਅੰਦਰ ਮੇਰੇ ਝੇੜੇ। 21 ਉਹ ਆ ਜਿਨ੍ਹਾਂ ਦਾ ਮੇਰੇ ਨਾਲ ਕਦੀ ਗੱਲ ਸੀ, ਬਾਤ ਸੀ, ਵਚਨ ਵਿਲਾਸ ਸੀ, ਜੋ ਮੈਨੂੰ ਨਜ਼ਰੀ ਆਈ ਆ। ਗੁਰੂ ਨਾਨਕ ਕਹੇ ਇਹਨਾਂ ਵਿੱਚੋਂ ਦਿਸਦੇ ਸੌਦੇਬਾਜ਼, ਖਰੇ ਖੋਟੇ ਆਪਣਾ ਖੇਲ ਵਿਖਾਈਆ। ਤੁਸੀਂ ਸੁਣਿਆ ਹੋਣਾ ਗੁਰੂ ਨਾਨਕ ਨੇ 20 ਰੁਪਏ ਦਾ ਸੌਦਾ ਕੀਤਾ ਸੀ। ਉਹ ਉਸ ਵੇਲੇ ਦੇ ਸੌਦੇ ਵਿੱਚ ਇਹ ਹਾਜ਼ਰ ਸੀ। ਬਹੁਤਾ ਬੱਤੀਆਂ ਦੇ ਮੇਰੇ ਨਾਲ ਝੇੜੇ, ਕਦੀ ਮੰਨਣ ਤੇ ਕਦੀ ਮੁੱਖ ਜਾਣ ਭਵਾਈ ਆ। ਗੋਬਿੰਦ ਕਿਹਾ ਇਹਨਾਂ ਵਿੱਚੋਂ ਚੂਰੀ ਖਵਾਉਂਦੇ ਮੇਰੇ ਬਾਜ। ਬਾਜ ਦੀ ਤੇ ਸਣੀ ਬਾਜਾਂ ਵਾਲਾ ਕਹਿ ਕੇ ਯਾਦ ਕਰਦੇ ਆ। ਚੋਰੀ ਚੋਰੀ ਮੇਥੋਂ ਆਪ ਛੁਪਾਈ ਆ। ਮੇਰੇ ਕੋਲ ਚੋਰੀ ਮੇਰੇ ਬਾਜ ਨੂੰ ਚੋਰੀ ਖਵਾਉਂਦੇ ਸੀ ਇਹ ਜਿਹੜੇ ਇਹ ਇੰਨੇ ਜਣੇ ਆ। ਪੁਰਖੇ ਅਕਾਲ ਕਹੇ ਇਹ ਗੁਰੂਆਂ ਪੀਰਾਂ ਦੇ ਬਿਆਨ ਤੇ ਉਹਨਾਂ ਦੇ ਲੇਖੇ ਪੱਤੇ। ਹੁਣ ਅਕਾਲ ਪੁਰਖ ਦਾ ਹੁਕਮਨਾਮਾ ਜਾਂ ਬਚਨ ਕੁਝ ਵੀ ਸੁਣ ਲਓ। ਪੁਰਖੇ ਅਕਾਲ ਕਹੇ ਮੈਂ ਭਗਤ ਨਹੀਂ, ਉਹਨਾਂ ਦੇ ਤਾਰ ਦੇਣੇ ਪਸ਼ੂ ਡੰਗਰ ਜਿਹੜੇ ਮੇਰੇ ਗੁਰਮੁਖਾਂ ਦਾ ਦਰਸ਼ਨ ਪਾਈ ਆ। ਕਿੱਥੇ ਗੱਲ ਜਾਂਦੀ ਆ, ਧਿਆਨ ਦੇ ਦਿਓ। ਹੁਣ ਫਿਰ ਗੁਰ ਅਵਤਾਰ ਪੈਗੰਬਰ ਕਹਿੰਦੇ ਆ ਕੁਝ ਆਈਟਮਾਂ ਪਹਿਲਾਂ ਦਿੱਤੀਆਂ ਜਾਂਦੀਆਂ ਸੀ, ਹਰ ਕੋਈ ਉਹਦੇ ਉੱਤੇ ਪਾਬੰਦ ਹੁੰਦਾ ਸੀ, ਉਸੇ ਤਰ੍ਹਾਂ ਹੀ ਆਉਂਦਾ ਸੀ। ਗੁਰ ਅਵਤਾਰ ਪੈਗੰਬਰ ਕਹਿਣ ਜਿਨ੍ਹਾਂ ਨੇ ਪੀਤਾ ਇੱਕ ਇੱਕ ਗਲਾਸ, ਉਹਨਾਂ ਦੇ ਪਹਿਲਾਂ ਹੀ ਗਲਾਸ ਫੜਾਏ ਜਾਂਦੇ ਸੀ, ਲਿਖਤ 'ਚ ਨਾ ਆ ਜਾਂਦੇ ਮਹੀਨਾ ਮਹੀਨਾ। ਉਸ ਵੇਲੇ ਉਹਨਾਂ ਨੇ ਉਹਨੂੰ ਸੇਵਨ ਕਰਨਾ ਹੁੰਦਾ ਸੀ। ਉਹਨਾਂ ਗੋਬਿੰਦ ਦੀ 9-9 ਸਾਲ ਸੇਵ ਕਮਾਈ ਆ। ਜਿਨ੍ਹਾਂ ਖੋਤਿਆਂ ਉੱਤੇ ਮਾਰੇ ਪਲਾਕ, 9 ਜਣੇ ਖੋਤਿਆਂ ਦੇ ਚੜ੍ਹੇ ਆਉਂਦੇ ਸੀ। ਉਹ ਮੁਹੰਮਦ ਦੇ ਯਾਰ ਦੇਣ ਗਵਾਹੀ ਆ। ਸਾਥੀ ਝੋਟਿਆਂ ਵਾਲੇ, ਕੁਝ ਸਾਥੀ ਇਹਨਾਂ ਦੇ ਨਾਲ ਉਹ ਆ ਜਿਹੜੇ ਝੋਟਿਆਂ ਵਾਲੇ ਆ। ਨਾਨਕ ਵੇਲੇ ਦੇ ਕਸਾਈ, ਹੱਥੋਂ ਛੁਰੀ ਕੱਢ ਪਰੇ ਸਟਾਈ ਆ। 11 ਚੇਤ ਦੀ ਲਿਖ 18 ਨੰਬਰ ਗ੍ਰੰਥ ਦੇ ਵਿੱਚ ਇਹਨਾਂ ਦਾ ਵੇਰਵਾ ਬੜਾ ਤਗੜਾ ਆਉਂਦਾ ਹੈ। ਉਹ ਜਿਉਂਦੇ ਨੂੰ ਹੀ ਮਾਰਨ ਲੱਗ ਪਏ ਸੀ। ਗੁਰੂ ਨਾਨਕ ਸਾਹਿਬ ਲੰਘਦੇ ਜਾਂਦੇ ਆ ਤੇ ਉਹ ਲੰਮੀ ਕਹਾਣੀ ਆ, ਫਿਰ ਤੁਹਾਨੂੰ ਦੱਸਾਂਗੇ। 4 ਜਨਮਾਂ ਦਾ ਉਹਦਾ ਹੀ ਲੇਖਾ ਬਣ ਜਾਂਦਾ, ਉਹਨਾਂ ਦਾ ਹੀ। ਇੱਕੋ ਆਸ ਇੱਕੋ ਰਹੇ ਤਕਾਈ ਆ। ਜਿਨ੍ਹਾਂ ਮੋਢਿਆਂ ਉੱਤੇ ਰਖਾਏ ਭੂਰੇ, ਕਿਉਂ ਹੱਥਾਂ ਵਿੱਚ ਫੜਾਏ ਕਤੂਰੇ। ਕਿਉਂ ਲਾਲ ਚੜਾਏ ਚੂੜੇ, ਕਿਉਂ ਵੇਸ ਵਟਾਏ ਮੂੜੇ। ਮੂਰਖ ਕਿਉਂ ਬਣਾਏ, ਕਮਲੇ ਕਿਉਂ ਕੀਤੇ, ਚੂੜੇ ਕਿਉਂ ਝਾੜੇ, ਸਭ ਕੁਝ। ਕਿਉਂ ਮਸਤਕ ਲਾਈ ਧੂੜੇ। ਕਈਆਂ ਨੂੰ ਇਹ ਹੁਕਮ ਸੀਗਾ ਜਦੋਂ ਤੁਸੀਂ ਜਾਣਾ ਵਾ, ਜਦੋਂ ਮਹਾਰਾਜ ਲਾਗੇ ਦੇ ਲੰਘਣਗੇ, ਤੁਸੀਂ ਮਸਤਕ ਆਪਣੇ ਧੂੜ ਲਾਉਣੀ ਆ ਉਹਨਾਂ ਦੀ। ਕਿਉਂ ਇੱਕ ਦੂਜੇ ਨਾਲ ਜੂੜੇ,
ਸਾਨੂੰ ਦੇ ਦਰਸਾਈ ਆ। ਕੁਝ 9 ਜਣੇ ਇਹੋ ਸੀ ਜਿਨ੍ਹਾਂ ਨੇ ਇੱਕ ਦੂਜੇ ਦੇ ਨਾਲ ਰੱਸਾ ਪਾ ਕੇ ਸਾਰਿਆਂ ਨੂੰ ਜੋੜਿਆ ਹੋਇਆ ਸੀ। ਪੁਰਖੀ ਅਕਾਲ ਕਹੇ, ਇਹ ਗੁਰ ਅਵਤਾਰ ਪੈਗੰਬਰਾਂ ਦਾ ਬਿਆਨ ਆ ਗਿਆ। ਹੁਣ ਪਰਮਾਤਮਾ ਕੀ ਕਹਿੰਦਾ, ਪੁਰਖ ਅਕਾਲ ਕੀ ਕਹਿੰਦਾ, ਉਸ ਵੇਲੇ ਦਾ ਮਾਲਕ ਕੀ ਕਹਿੰਦਾ। ਇਹ ਸਰਸੇ ਦੇ ਸੰਗੀ, ਇਹ ਜਿੰਨੇ ਸਾਰੇ ਆ ਜਿਨ੍ਹਾਂ ਦਾ ਉੱਤੇ ਮੈਂ ਦੱਸਿਆ ਵਾ, ਉਹ ਜਨਮ ਵਿੱਚ ਜਦੋਂ ਅਨੰਦਪੁਰ ਛੱਡਿਆ ਤੇ ਸਰਸੇ ਜਾ ਕੇ, ਇਹ ਸਰਸੇ ਵਾਲੇ ਆ ਸਾਰੇ। ਗੋਬਿੰਦ ਨੂੰ ਛੱਡ ਗਏ ਵਿੱਚ ਤੰਗੀ, ਜਦੋਂ ਮੁਸ਼ਕਿਲ ਆਈ ਤੇ ਫਿਰ ਸਾਹਿਬ 10ਵੇਂ ਪਾਤਸ਼ਾਹ ਨੂੰ ਛੱਡ ਕੇ ਤਿੱਤਰ ਹੋ ਗਏ। ਅੱਧ ਵਿੱਚ ਜਾ ਕੇ ਮੰਗ ਇੱਕ ਮੰਗੀ, ਜਦੋਂ ਵਿਛੜ ਕੇ ਚਲੇ ਗਏ ਮਨ ਦੀ ਅਵਸਥਾ ਹੁੰਦੀ, ਜਦੋਂ ਥੋੜ੍ਹੇ ਦੂਰ ਚਲੇ ਗਏ 2-4 ਕਿੱਲੇ ਜਾਂ ਫਰਲਾਂਗ ਮੀਲ, ਉਹਨਾਂ ਦੇ ਦਿਲ ਵਿੱਚ ਆਇਆ ਵੀ ਇਹ ਅਸੀਂ ਕੀ ਕਰ ਲਿਆ, ਬਹੁਤ ਮਾੜਾ ਕੀਤਾ, ਸਾਥੋਂ ਹੋ ਗਿਆ, ਸਾਡੇ ਮਨ ਨੇ ਕਰਾ ਦਿੱਤਾ। ਫਿਰ ਕੀ ਕਿਹਾ, ਅੰਧੇਰੀ ਰਾਤ ਜਿਸ ਵੇਲੇ ਭੁੱਲੀ ਡੰਡੀ, ਇਹ ਗੱਲ ਉਹਨਾਂ ਨੂੰ ਉਦੋਂ ਯਾਦ ਆਈ ਹਨੇਰੀ ਰਾਤ ਵਿੱਚ ਜਦੋਂ ਉਹਨਾਂ ਨੂੰ ਰਾਹ ਭੁੱਲ ਗਿਆ। ਅੰਦਰੋਂ ਵਾਸ਼ਨਾ ਨਿਕਲੀ ਮੰਦੀ, ਜਿਹੜਾ ਮੰਦ ਵਿਚਾਰ ਸੀ ਉਹ ਦੂਰ ਹੋ ਗਿਆ। ਦੁਹਾਈ ਦੇ ਕੇ ਕਿਹਾ, ਅਸੀਂ ਫੇਰ ਬਣੀਏ ਤੇਰੇ ਸੰਗੀ। ਫਿਰ ਕਿਤੇ ਲੋਕ ਮਾਤੇ ਆਏ, ਸਾਡੇ ਕੋਲ ਗਲਤੀ ਹੋ ਗਈ, ਸਾਨੂੰ ਆਪਦੇ ਨਾਲ ਮਿਲਾਈ। ਇਸੇ ਕਰਕੇ ਉਹਨਾਂ ਸਾਰਿਆਂ ਨੂੰ ਨਾਲ ਮਿਲਾਇਆ ਗਿਆ। ਪੁਰਖੀ ਅਕਾਲ ਕਿਹਾ, ਇਹ ਸਾਥੀ ਤਰਲੋਕੀ ਨਾਥ ਦੁਆਪਰ ਦੇ ਗਵਾਹੀ ਆ। ਇਹ ਉਹ ਹੀ ਬੰਦੇ ਨੇ ਜਿਹੜੇ ਦੁਆਪਰ ਦੇ ਵਿੱਚ ਤਰਲੋਕੀ ਨਾਥ ਦੇ ਨਾਲ ਸਨ। ਇਹਨਾਂ ਨੇ ਉਦੋਂ ਵੀ ਕੀ ਕੀਤਾ ਸੀ, ਇੱਕ ਵਾਰੀ ਜੰਗਲ ਦੇ ਵਿੱਚ ਜਾਂਦਿਆਂ ਰਾਤ ਪੈ ਗਈ, ਬਨਵਾਸ ਦਾ ਸਮਾਂ ਸੀ ਤੇ ਉਦੋਂ ਉਹ ਖਿਸਕ ਗਏ। ਉਸ ਵੇਲੇ ਜੰਗਲ ਵਿੱਚ ਆਈ ਇੱਕ ਰਾਤ, ਬਨਵਾਸ ਵਿੱਚ ਝੱਟ ਨੰਗਾਈ ਆ। ਪੁਰਖ ਅਕਾਲ ਕੇ ਉਹਨਾਂ ਇੱਦਾਂ ਕੀਤਾ, ਛੱਡ ਕੇ ਗਏ ਆ ਗੁਰੂਆਂ ਪੀਰਾਂ ਦੇ ਵੇਲੇ। ਤੇ ਮਾਲਕ ਕੀ ਕਹਿੰਦਾ, ਪੁਰਖ ਅਕਾਲ ਦਾ ਬਿਆਨ ਸੁਣ ਲਓ। ਤੁਹਾਡੇ ਤਿੰਨਾਂ ਲੋਕਾਂ ਦੇ ਪਾੜ ਦਿੱਤੇ ਪਟੇ, ਜਿਨ੍ਹਾਂ ਨੇ ਫੜੇ ਖਾਲੀ ਬੱਤੇ, 9 ਜੰਮਦੇ ਵਿਛੜੇ ਲੈ ਮਲਾਈ ਆ। ਖਾਲੀ ਬੱਤੇ ਫੜਾਏ ਸੀ, ਆ ਜਿਹੜੇ ਬੱਤੇ ਪੀਣ ਵਾਲੇ ਹੁੰਦੇ ਆ, ਉਹਨਾਂ ਦੇ ਉੱਤੇ ਡੱਕੇ ਹੁੰਦੇ, ਕਿਸੇ ਨੂੰ ਇਕੱਲੇ ਡੱਕੇ ਫੜਾਏ ਸੀ। ਜਿਨ੍ਹਾਂ ਨੇ ਪੁੱਟੇ ਡੱਕੇ, ਇਹ ਗੋਬਿੰਦ ਦੇ ਬਾਹਰੋਂ ਦੁਸ਼ਮਣ ਤੇ ਅੰਦਰੋਂ ਪ੍ਰੇਮ ਵਧਾਈ ਆ। ਰੱਬ ਜਿਹੜਾ ਸਾਰਿਆਂ ਨੂੰ ਹੀ ਤਾਰਦਾ ਬਈ, ਉਹਦੇ ਵਾਸਤੇ ਕੋਈ ਗੱਲ ਨਹੀਂ ਵੀ ਮੈਨੂੰ। ਫਿਰ ਉਹ ਹੁਣ ਕੌਣ ਸਨ, ਉਸ ਵੇਲੇ ਉਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ। ਮੁਸਲਮਾਨਾਂ ਦੇ ਵਿੱਚ ਆਪਸ ਵਿੱਚ ਰਿਸ਼ਤੇ ਕਰਦੇ ਸਭ ਕੁਝ, ਉਹ ਮਾਸੀ ਤਾਤੀ। ਚਲੋ ਬਾਣੀ 'ਚ ਸੁਣਾਉਣੇ ਤੁਹਾਨੂੰ। ਅੰਦਰੋਂ ਪ੍ਰੇਮ ਵਧਾਈ ਆ। ਇਹ ਸਾਰੇ ਮੁਸਲਮਾਨ ਚਾਚੇ ਤਾਇਆਂ ਦੇ ਭਰਾ ਸਕੇ। ਸਮਝ ਲਓ ਹੁਣ ਮਹਾਰਾਜ ਬਾਣੀ 'ਚ ਕਈ ਵਾਰੀ ਇਹੋ ਜਿਹੇ ਰਿਸ਼ਤੇ ਦਿੰਦੇ, ਪੜ੍ਹਦਿਆਂ ਮੈਨੂੰ ਸਮਝ ਨਹੀਂ ਲੱਗਦੀ, ਬੜੇ ਲੰਮੇ ਚੌੜੇ ਦੇ ਜਾਂਦੇ ਆ। ਮਲੇਰ ਕੋਟੜੇ ਵਿੱਚ ਸੋਭਾ ਪਾਈ ਆ। ਅਸੀਂ ਵੇਖਣ ਆਏ ਕਿਸ ਵੇਲੇ ਭਾਗ ਲੱਗਾ ਹਰ ਭਗਤ ਦੁਆਰੇ, ਪ੍ਰਭ ਦੇ ਪੁੱਤੀ। ਪ੍ਰਭੂ ਨੇ ਇਹਨਾਂ ਸਾਰਿਆਂ ਨੂੰ ਆਪਦੇ ਪੁੱਤ ਬਣਾ ਕੇ ਭਗਤ ਦੁਆਰੇ ਸੱਦ ਲਿਆ। ਪੱਤਨ ਬੈਠੇ ਸਾਰੇ ਪਾਰ ਕਰਾਈ ਆ। ਇਹ ਜਿਹੜੇ ਸਾਰੇ ਅੱਜ ਤੇ ਪੱਤਨ ਤੇ ਬੈਠੇ ਨੇ, ਆ ਗਏ ਨੇ ਇੱਥੇ, ਉਹ ਸਾਰੇ ਹੀ ਪਾਰ ਕੀਤੇ। ਭਗਤ ਕਹਿਣ, ਹੁਣ ਭਗਤਾਂ ਦਾ ਬਿਆਨ ਲੈ ਲਓ। ਅਕਾਲ ਪੁਰਖ ਦਾ ਆ ਗਿਆ ਸੀ, ਸਾਡੀ ਆਤਮਾ ਦਾ ਪਰਮਾਤਮਾ ਵਿੱਚੋਂ ਹੋਇਆ ਜਨਮ। ਅਸੀਂ ਆਤਮ ਰੂਪਾਂ ਤੇ ਪਰਮਾਤਮਾ ਸਾਡਾ ਮਾਲਕ ਵਾ। ਜਿਹੜੇ ਮਾਂ ਪਿਓ ਕਹਿੰਦੇ ਆ ਉਹਦੇ ਬਾਰੇ ਲਿਖਿਆ, ਤੱਤਾਂ ਵਾਲਾ ਸਰੀਰ ਮਾਤਾ ਪਿਤਾ ਦਾ ਭਰਮ, ਰਕਤ ਬੂੰਦ ਜੋੜ ਜੜਾਈ ਆ। ਇਹ ਤਾਂ ਵੀਰੋ ਹੋ ਗਿਆ ਸਮੁੱਚੀ ਗੱਲ, ਤੁਹਾਨੂੰ ਸਮਝ ਨਹੀਂ ਆਉਣੀ। ਹੁਣ ਮੈਂ ਤੁਹਾਨੂੰ ਇੱਕ ਸਿੱਖ ਦੇ ਜਨਮਾਂ ਬਾਰੇ ਤੁਹਾਨੂੰ ਸੁਣਾਉਂਗਾ, ਜਰਾ ਧਿਆਨ ਨਾਲ ਸੁਣ ਲਿਓ। ਬਾਕੀ ਫਿਰ ਜਦੋਂ ਕਿਤੇ ਸਮਾਂ ਮਿਲੂਗਾ ਜਨਮਾਂ ਦੇ ਸਾਰੇ ਸਿੱਖਾਂ ਦੇ ਮੇਰੇ ਕੋਲੇ ਪਏ ਰਿਕਾਰਡ, ਵਾਰੀ ਸੁਣਾਉਂਗਾ। ਇਹ ਲਿਖਤ ਜੋ ਹੈ ਦੁਆਬੇ ਦੀ ਹੈ। ਦੁਆਬੇ ਦੇ ਵਿੱਚ ਜੰਡਿਆਲਾ ਪਿੰਡ,
ਜੰਡਿਆਲੇ ਦੇ ਵਿੱਚ ਇੱਕ ਸਿੱਖ ਪ੍ਰੀਤਮ ਸਿੰਘ, ਸੱਚੇ ਪਾਤਸ਼ਾਹ ਜੀ ਉਹਦੇ ਘਰ ਗਏ ਤੇ ਜਦੋਂ ਉਹਦੇ ਦਰਵਾਜ਼ੇ, ਜਿਸ ਤਰ੍ਹਾਂ ਉਹ ਦਰਵਾਜ਼ਾ, ਉਹ ਛੋਟਾ ਸੀ ਦਰਵਾਜ਼ਾ, ਉਹਦੇ ਵਿੱਚ ਇੱਕ ਚਰਨ ਨੂੰ ਨਾ ਅੱਗੇ ਰੱਖਿਆ, ਇੱਕ ਪਿੱਛੇ ਰੱਖਿਆ, ਉੱਥੇ ਹੀ ਬਹਿ ਗਏ। ਉੱਥੇ ਜੋਤ ਪ੍ਰਵੇਸ਼ ਹੋ ਗਈ, ਵਿਹਾਰ ਹੋਇਆ। ਸੁਣੋ, ਦਰ ਕਹੇ ਪ੍ਰਭ ਮਿਲਿਆ ਦਰਦੀ। ਦਰ ਦਾ ਮਤਲਬ ਹੁੰਦਾ ਬੂਹਾ, ਦਰਵਾਜ਼ਾ। ਉਹ ਕਹਿੰਦਾ ਮੈਂ ਸਾਨੂੰ ਕੌਣ ਮਿਲ ਗਿਆ? ਜਿਹੜਾ ਪ੍ਰਭੂ ਸਾਰਿਆਂ ਦਾ ਦਰਦੀ ਆ। ਦਰਦ ਵੰਡ ਨਜ਼ਰੀ ਆਈਆਂ, ਜਿਹੜਾ ਸਾਰਿਆਂ ਦੀ ਸੁਣਨ ਵਾਲਾ ਹੈ। ਜਿਸ ਮਨਜ਼ੂਰ ਕੀਤੀ ਪਿਛਲੀ ਅਰਜੀ, ਉਸ ਪਰਮਾਤਮਾ ਨੇ ਪਿਛਲੀ ਗੱਲ ਸਤਿਯੁਗ ਵੇਲੇ ਦੀ ਜਿਹੜੀ ਇਸ ਗੁਰਸਿੱਖ ਨੇ ਕਿਸੇ ਕਹੀ ਸੀ, ਉਹ ਪੂਰੀ ਕੀਤੀ। ਆਰਜੂ ਲੇਖੇ ਪਾਈਆਂ, ਖੇਲੀ ਖੇਲ ਸੀ ਸਿੰਘ ਨਰ ਦੀ। ਇਹ ਉਸ ਵੇਲੇ ਦੀ ਗੱਲ ਆ ਜਦੋਂ ਨਰ ਸਿੰਘ, ਕਿਹੜਾ ਸੀ ਉਹ, ਹਰਨਾਕਸ਼ ਨੂੰ ਮਾਰਨ ਵਾਸਤੇ ਨਰ ਸਿੰਘ ਦਾ ਰੂਪ ਲੈ ਕੇ ਭਗਵਾਨ ਆਇਆ ਸੀ। ਉਹਨੇ ਵਰ ਮੰਗੇ ਸੀ। ਕੀ ਵਰ ਮੰਗੇ ਸੀ? ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਮੈਂ ਅੰਦਰ ਮਰਾਂ, ਨਾ ਬਾਹਰ, ਬਾਵਾ ਕੁਝ ਆ। ਲੇਕਿਨ ਉਸ ਵੇਲੇ ਨਰ ਸਿੰਘ ਨੇ ਜਦੋਂ ਉਹਨੂੰ ਆਰ ਕੇ ਮਾਰਿਆ, ਹਾਂ, ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ। ਤੇ ਉਸ ਲੇਖੇ ਨੂੰ ਪੂਰਾ ਕਰਨ ਵਾਸਤੇ ਸ਼ਾਮ ਦਾ ਵੇਲਾ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਅੰਦਰ ਸੀ, ਨਾ ਬਾਹਰ। ਉਹ ਵਿਹਾਰ ਜਿਹੜਾ ਵਾ ਉਸ ਦਰਵਾਜ਼ੇ ਦੀ ਦਲੀਜ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਹ ਇਸੇ ਕਰਕੇ ਕੀਤਾ ਸੀ। ਲਓ ਸੁਣੀਏ ਅੱਗੇ। ਇਹ ਖੇਲ ਹਰਨਾਕਸ਼ ਕਰਦੀ, ਪੂਰਬ ਦੇ ਗਵਾਹੀਆਂ। ਇਹ ਖੇਲ ਹਰਨਾਕਸ਼ ਦੇ ਕਰਦੀ ਹੈ। ਨਰ ਸਿੰਘ ਆਪਣਾ ਰੂਪ ਬਦਲਾਈ, ਹਾਂ, ਜਿਸ ਦੇ ਕੋਲੋਂ ਸ੍ਰਿਸ਼ਟੀ ਡਰਦੀ। ਉਹਦਾ ਹੁਕਮ ਸੀਗਾ, ਜਲੇ ਹਰਨਾਕਸ਼ ਥਲੇ ਹਰਨਾਕਸ਼, ਜੋ ਕੁਝ ਵੀ ਆ ਮੈਂ ਹੀ ਮੈਂ ਆ, ਪਰਮਾਤਮਾ ਜੋ ਕੁਝ ਮੈਂ ਹੀ ਨੂੰ ਹੀ ਕਹੋ। ਉਹਦੇ ਕੋਲ ਦੁਨੀਆ ਡਰਦੀ ਸੀ। ਭੈ ਵਿੱਚ ਲੁਕਾਈ ਆ, ਇੱਕ ਭਗਤ ਦੀ ਆਤਮਾ ਪੜਦੀ, ਢੋਲਾ ਬੇਪਰਵਾਹੀਆ। ਇੱਕ ਉੱਥੇ ਇੱਕ ਭਗਤ ਸੀ ਪਰਮੇਸ਼ਰ ਦਾ, ਉਹ ਰੱਬ ਦਾ ਹੀ ਨਾਂ ਲੈਂਦਾ ਸੀ। ਉਹ ਕਿਉਂ ਨਾਂ ਲੈਂਦਾ ਸੀ? ਹਰਨਾਕਸ਼ ਦਾ ਇੱਕ ਚਾਕਰ ਸੇਵਾਦਾਰ ਹੁੰਦਾ। ਚਾਕਰ ਜਿਹੜਾ ਬੂਹਿਆਂ ਦੇ ਵਿੱਚ ਆਪਾਂ ਨੂੰ ਦਰਬਾਨ ਵੀ ਕਹਿ ਦਿੰਦੇ, ਇਹ ਵੀ ਕੁਛ ਕਹਿ ਲੈਂ। ਇੱਕ ਚਾਕਰ ਜਿਸ ਦੀ ਮਾਂ ਸਦਾ ਸੀ ਉਸ ਨੂੰ ਵਰਜਦੀ, ਹੌਲੀ ਹੌਲੀ ਸਮਝਾਈ ਆ। ਇਹ ਗੱਲ ਪੱਕੀ ਆ, ਬੱਚੇ ਨੂੰ ਜੋ ਸਿੱਖਿਆ ਦਿੰਦੀ ਆ ਉਹ ਮਾਂ ਹੀ ਦਿੰਦੀ ਆ। ਅੱਜ ਵੀ ਉਹ ਗੱਲ ਆ। ਉਹਦੀ ਮਾਂ ਉਹਨੂੰ ਹੌਲੀ ਹੌਲੀ ਇਹ ਸਮਝਾਉਂਦੀ ਰਹਿੰਦੀ ਸੀ, ਪੁੱਤ ਇਹਦੀ ਇਹ ਖੇਡ ਬੱਚਿਆਂ ਵਾਲੀ ਹੈ, ਝੂਠੀ ਆ, ਕੂੜੀ ਆ। ਬੱਚਿਆ ਇਹ ਕੂੜੀ ਖੇਲ ਇਸ ਦੇ ਫਰਜ਼ ਦੀ, ਫਿਰ ਰਹਿਣ ਕੋਏ ਨਾ ਪਾਈਆ। ਜੋਤੀ ਜੋਤ ਸਰੂਪ ਪਰ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਿਖਾਈਆ। ਇਹ ਸੱਚੀ ਖੇਲ ਤੁਹਾਨੂੰ ਪ੍ਰਮਾਤਮਾ ਵਿਖਾਉਣ ਡਿਆ। ਦਰ ਕਹੇ ਮੈਨੂੰ ਆ ਗਈ ਯਾਦ। ਦਰ ਉਹੋ ਹੀ ਦਰਵਾਜ਼ਾ ਜਿੱਥੇ ਮਹਾਰਾਜ ਵਿਹਾਰ ਕਰ ਰਹੇ ਸੀ। ਉਹ ਕਹਿੰਦੇ ਮੈਨੂੰ ਪਿਛਲੀ ਗੱਲ ਯਾਦ ਆ ਗਈ। ਬੀਤੀ ਕਹਾਣੀ ਦਿਆਂ ਜਣਾਈ ਆ, ਜਿਸ ਵੇਲੇ ਰਕਸ਼ਾ ਕੀਤੀ ਪਹਿਰਲਾਦ। ਪਰੇ ਤੋਂ ਪਰੇ ਦਾ ਮਾਲਕ ਫੇਰਾ ਪਾਈਆ। ਪਰੇ ਤੋਂ ਪਰੇ ਦਾ ਪ੍ਰਹਲਾਦ ਨੂੰ ਬਚਾਉਣ ਬਾਰੇ ਤੁਹਾਨੂੰ ਪਤਾ, ਕੀੜੀ ਦਾ ਰੂਪ ਥੰਮ, ਹਾਂਜੀ। ਤੋ ਉਹ ਵੀ ਲਿਖਤ ਜੋ ਹੈ ਉਹ ਕਿਹੜੇ ਕਿਹੜੇ ਸੀਗੇ ਜਿਹੜੇ ਆ ਕੇ ਹੋਏ ਸੀ। ਇਹ ਭੁੱਚਰ ਦਾ ਇੱਕ ਗੁਰਸਿੱਖ, ਉਹਦੇ ਬੱਚਿਆਂ ਦੀ ਲਿਖਤ ਹੈ। ਬੀਬੀ ਸਾਡੇ ਕੋਲ ਬੈਠੀ, ਇਹਨਾਂ ਦੇ ਪਰਿਵਾਰ 'ਚ ਸ਼ਾਇਦ ਤੁਹਾਡਾ ਚਾਚਾ ਲੱਗਦਾ। ਹਾਂਜੀ, ਹਾਂ, ਦਾਦਾ ਜੀ, ਹਾਂਜੀ, ਦਾਦਾ, ਹਾਂ। ਚਲੋ, ਸੁਰਜਨ ਸਿੰਘ ਸੀ ਉਹਦਾ ਨਾਂ। ਉਸ ਵੇਲੇ ਉਹਨਾਂ ਥੰਮਾਂ ਦੇ ਕੌਣ ਆਇਆ ਸੀ? ਇੱਥੇ ਕਿਹਾ ਗਿਆ ਅਕਾਲ ਪੁਰਖ ਪਰਮਾਤਮਾ ਆਪ ਆਇਆ। ਉਹਨੇ ਉਹਦੀ ਰਕਸ਼ਾ ਕੀਤੀ।
पर वो परमात्मा जिहड़ा जदों आया दहलीज विच बैठा सी, वो दूजे नूं नज़र नहीं सी आउंदा, इहनूं जरूर नज़र आ गया। उन्होंने याद आया मेरी माता ने मैनू सिक्ख्या दिती आप की क्या, मेरी माता ने बिन हर दूजा नज़र कोई ना आई आ। परमात्मा तो बिना कोई इत्थे संसार ते नहीं रहा, जब स्थिर रहूगा सब बिकसनहार ही है। चरण कमल हो मोहताज किरपा कर पुरख सम्राट, सच दे मान वड्याई आ। भगत उदाहरण पिछे आयो आप, क्योंकि प्रगट होया साख्यात, स्वच्छ स्वरूप अपना दर्श ते जनाई आ। तू भगत नूं तारन वास्ते आ गया, कदी इदां भी होऊगा? हुण तो तू आया तो मार के तार के चले जाना, दो चौं नूं दसिया कदी इहो जिहा वेला आऊगा जदों तू आएगा तो तेरे नाल भगत होणगे ते तू तारेगा सब। उस वेले दी ये गल चलदी है वीरो। उस वेले परमात्मा ने उन्होंने शब्द की आवाज़ मार के कहा, शब्द अगमी हर ने मार आवाज, संदेशा दिता सुनाईया। जिस वेले कलयुग अंत आवे अधेरी रात, उस वेले प्रगट हो के आवा पुरख सम अविनाश, साचा नूर करा रशनाईया। उस नफर ने कहा साच, वो जरा बंदा सी पहरेदार सी, नफर सी, उन्हें कहता ठीक है महाराज सत वा तुहाडा कहना, सच बेनती है करा जोड़ के तुम्हें हाथ, दर तेरे सीस नवाइया। नफर कहा प्रभु मेरा नाम अनंता। उस वेले मैं अनंता मेरा नाम हुंदा सी, मैनू अनंता कह के सारे बुलाउंदे सी। जिस वेले कलयुग बनावे बनता, ये खेल देना विखाई आ। जदों कलयुग का वेला आया तो इस तरह ये मैनू सीन विखाउणा। भगवान कहा तैनू पता नहीं अजे मैं प्रगट होना, आउणा हो के आउणा राम। आऊँगा सही उदों मैं जरूर, पर तैनू नहीं पता। उदों पहला मैं त्रेते दे विच राम हो के आउणा, त्रेते अपना फेरा पाई आ। त्रेते दे विच आ रामचंद्र जी थोड़ा तुहाडे लागे की लिखत आ गई आ यार, मुड़का बड़का आउण डिया, तुहाडा कुछ नहीं करता, उरा भरा गाना हो जावां, इनू हिलाउणा पऊ चका कुछ ना कोई तो आऊ ना। हाँ जी, रामचंद्र जी इत्थे रहे आ, लिखता भी आ। इदां ही वो फिरदे फिरदे पंचवटी चले गए। उथे एक भड़भूंजे की हट्टी सी, उहदे कोल चले गए। जरा सुनो बाणी च, करनी करदा करदा आ गया पंचवटी, रमैया अपना फेरा पाईया। रमैया राम नूं कहा, राम दे रूप जदों आया तो पंचवटी आया। उथे एक भड़भूंजे दी सी हट्टी, जिहड़ा छोले छोले भुनदा वा उहनूं भड़भूंजा कहिंदे आ। जो चने रिया विखाईया। राम ने सहजे जाके पुछया, उन्होंने हौली जी दे कन्न लागे जाके पुछया, भाई की इहदे विच खट्टी? उसने कहा 9 टके आमदन 10वां पैंदा चट्टी, मैनू हिसाब कड्ढण दी जाच ना किसे सिखाई आ। उन्हें अपनी वालों बड़ी हौमे नाल कहा तो मैनू 9 उदों टके हुंदे सी, 9 टके मैनू आमदन हुंदी आ, मेरे को बड़ा कुछ हुआ। राम जानी जान से उन्होंने पता सी। राम ने हौली जी ओहदे मस्तक मारी छिटी, छिटियां हुंदियां जिहदे नाल भुनदे भनदे आ, ओह ही चुक के राम ने ओहदे मत्थे ते लाती। उन्होंने पिछली याद आ गई,
ਜਿਹੜੀ ਹਰਨਾਕਸ਼ ਤੇ ਦੁਆਰੇ ਸੀ ਡਿੱਠੀ। ਛਿਟੀ ਲਾਉਣ ਨਾਲ ਉਹਨੂੰ ਪਿਛਲੇ ਯੁੱਗ ਦਾ ਜਨਮ ਦਾ ਗਿਆਨ ਹੋ ਗਿਆ ਕਿ ਮੈਂ ਪਿਛਲੇ ਯੁੱਗ ਵਿੱਚ ਹਰਨਾਕਸ਼ ਇਸ ਤਰ੍ਹਾਂ ਨਫ਼ਰ ਸਾਂ। ਇਹ ਕੀ ਖੇਡ ਬਣਿਆ। ਉਹਦੀ ਹੰਕਾਰ ਵਾਲੀ ਮੱਤ ਹੋਸ਼ੀ ਹੋਈ ਵਿੰਗੀ। ਜਿਹੜਾ ਉਹਦੇ ਮਨ 'ਚ ਹੰਕਾਰ ਸੀ ਉਹ ਖਤਮ ਹੋ ਗਿਆ ਤੇ ਉਹ ਰਾਮ ਦੇ ਚਰਨਾਂ ਵੱਲ ਨੂੰ ਹੋ ਗਿਆ। ਕੀ ਕਹਿੰਦਾ ਹੁਣ, ਨਮਾਣਾ ਹੋ ਕੇ ਨੇਤਰ ਰੋਵੇ ਮਾਰੇ ਧਾਈਆਂ। ਰਾਮ ਕਿਹਾ ਭੜਪੂਜੇ ਤੇਰੀ ਕਿਹੜੀ ਦੁਕਾਨ। ਬਈ ਤੂੰ ਦੁਕਾਨ ਤੇ ਆਪਣੀ ਵਿਖਾ ਦੇ, ਕਿਹੜੀ ਹੈ ਤੇਰੀ ਦੁਕਾਨ। ਜਦੋਂ ਇਦਾਂ ਦੀ ਗੱਲ ਬਣ ਜਾ ਫਿਰ ਪਿਆਰ ਬਣ ਹੀ ਜਾਂਦਾ ਨਾ। ਉਸਨੇ ਕਿਹਾ ਆ ਮੇਰੇ ਮਹਿਮਾਨ ਤੈਨੂੰ ਦਿਆਂ ਬਹਾਈ ਆ। ਇਹ ਮੇਰੇ ਮਹਿਮਾਨ ਆ ਜਾ, ਤੈਨੂੰ ਮੈਂ ਆਪਣਾ ਉਹ ਦੁਕਾਨ ਜਾਂ ਘਰ ਵਿਖਾਲ ਦਿਆਂ। ਬਾਹਰ ਭੁੰਦੇ ਹੁੰਦੇ, ਦੁਕਾਨ ਅੰਦਰ ਹੁੰਦੀ। ਜਿਸ ਵੇਲੇ ਅੰਦਰ ਲੰਘਿਆ, ਜਿਸ ਵੇਲੇ ਰਾਮ ਜੀ ਤੇ ਉਹ ਅੱਗੇ ਸੀਗਾ, ਰਾਮ ਜੀ ਮਗਰ ਸੀ, ਲక్ష్మణ ਉਹਦੇ ਮਗਰ ਸੀ ਤਾਂ ਉਹਦੇ ਮਗਰ। ਜਿਸ ਵੇਲੇ ਉਹਦੇ ਅੰਦਰ ਲੰਘੇ, ਉੱਥੇ ਇੱਕ ਗੁੱਗਾ ਬੈਠਾ ਸੀ ਜਵਾਨ। ਉੱਥੇ ਇੱਕ ਨੌਜਵਾਨ ਉਮਰ ਦਾ ਬੜਾ ਤਕੜਾ ਗੁੱਗਾ, ਸੱਪ ਕਹਿ ਲਓ, ਸੱਪ ਬੈਠਾ। ਉਹ ਵੇਖ ਕੇ ਹੋਇਆ ਹੈਰਾਨ। ਉਹ ਜਿਹੜਾ ਸੱਪ ਸੀਗਾ, ਗੁੱਗਾ ਸੀ, ਉਹ ਵੇਖ ਕੇ ਹੈਰਾਨ ਹੋ ਗਿਆ ਕਿ ਰਾਮ ਨੂੰ ਤਾਂ ਮੈਂ ਯਾਦ ਕਰਦਾ, ਰਾਮ ਕਿੱਥੋਂ ਫਿਰਦਾ ਤੁਰਦਾ ਆ ਗਿਆ। ਬੜੀ ਮੇਰੇ ਕਰਮਾਂ ਵਾਲੀ ਦੀ ਗੱਲ ਵਾ, ਮੈਨੂੰ ਦਰਸ਼ਨ ਹੋ ਗਏ ਆ। ਫਿਰਦਾ ਰਾਮ ਕਿੱਧਰੋਂ ਆਈ ਆ, ਅੱਗੇ ਹੋ ਕੇ ਮੱਥਾ ਟੇਕ ਕੇ ਆਇਆ ਨਾ। ਉਸ ਗੁੱਗੇ ਨੇ 2-4 ਕਦਮ ਤੁਰਨਾ ਥੋੜਾ ਸੀ, ਉਹਨੇ ਮਤਲਬ ਥੋੜਾ ਜਿਹਾ ਅੱਗੇ ਹੋ ਕੇ ਉਹਨੇ ਨਮਸਕਾਰ ਕੀਤੇ, ਚਰਨਾਂ ਸੀਸ ਝੁਕਾਈ ਆ। ਉਹ ਭੜਪੂਜਾ ਡਰਿਆ ਮਹਾਨ, ਸਾਹ ਵਿੱਚ ਸਾਹ ਨਾ ਕੋਈ ਰਲਾਈ ਆ। ਉਹ ਜਿਹੜਾ ਭੜਪੂਜਾ ਸੀ, ਉਹ ਬਈ ਜਿਹਨਾਂ ਸੁਣਨਾ ਸੁਣ ਲਿਓ, ਜਿਹਨਾਂ ਸੌਣਾ ਸੌਂ ਲਿਓ। ਜਿਹੜੇ ਬਚਨ ਉਦਨ ਕਰਦੇ ਹੀ ਸੁਣ ਲਿਓ ਤੇ ਜਨਮ ਹੈਗੇ ਆ ਕਿ ਨਹੀਂ ਹੈਗੇ, ਬਾਣੀ ਰਾਹੀਂ ਮੈਂ ਦੱਸਣ ਡਿਆ। ਸਾਹ ਵਿੱਚ ਸਾਹ ਨਾ ਕੋਈ ਰਲਾਈ ਆ। ਰਾਮ ਨੇ ਉਹ ਛਿਟੀ ਜਿਹਦੇ ਨਾਲ ਉਹਨੂੰ ਗਿਆਨ ਦਿੱਤਾ ਸੀ, ਉਹ ਛਿਟੀ ਚੁੱਕ ਕੇ ਸਰਪ ਦੇ ਸਿਰ 'ਤੇ ਰੱਖੀ ਆਣ। ਮਨੁੱਖਾਂ ਵਿੱਚੋਂ ਮਨੁੱਖ ਲਿਆ ਪ੍ਰਗਟਾਈ ਆ। ਜਦੋਂ ਉਹਨੂੰ ਸਰਪ ਦੇ ਰੱਖੀ ਤੇ ਉਹਨੂੰ ਗਿਆਨ ਹੋ ਗਿਆ, ਮਨੁੱਖਾਂ ਵਾਲੀ ਗੱਲ ਕਰਨ ਲੱਗ ਪਿਆ। ਸਰਪ ਨੇ ਕਿਹਾ ਮੈਨੂੰ ਐ ਨਜ਼ਰੀ ਆਉਂਦਾ ਵਿੱਚ ਜਹਾਨ, ਖੇਲ ਹੋਣਾ ਇੱਕ ਭਗਤ ਤੇ ਭਗਵਾਨ। ਭਾਗ ਸਾਚੇ ਘਰ ਲਗਾਈ ਆ। ਮੈਨੂੰ ਐਂ ਦਿਸਦਾ ਹੈ ਕਿ ਕਲਯੁੱਗ ਦੇ ਵਿੱਚ ਕਿਤੇ ਅੰਤ ਵਿੱਚ ਭਗਤ ਤੇ ਭਗਵਾਨ ਮੰਜ਼ਰ ਰਹਿ ਜਾਣੀ ਆ, ਉਹਨੇ ਆਉਣਾ ਹੈ। ਉਹਨੇ ਚਿਰ ਨੂੰ ਸੱਪ ਵੇਖ ਕੇ ਕਿਹਦਾ ਜੀ ਨਹੀਂ ਡਹਿਲਦਾ, ਸਾਰਿਆਂ ਦਾ ਡਹਿਲ ਜਾਂਦਾ। ਉਹਨਾਂ ਰਾਮ ਅੱਗੇ ਸੀ, ਲక్ష్మణ ਮਗਰ ਸੀ। ਇੰਨੇ ਚਿਰ ਨੂੰ ਲక్ష్మణ ਨੇ ਚੁੱਕ ਕੇ ਤੀਰ ਕਮਾਨ, ਸਰਪ ਨੂੰ ਮਾਰ ਕੇ ਦਿੱਤਾ ਪਾਰ ਕਰਾਈਆ। ਰਾਮ ਨੇ ਕਿਹਾ ਇਹ ਕੀ ਕੀਤਾ ਨਿਧਾਨ, ਇਹ ਮੈਨੂੰ ਸੋਹਣੀ ਸਾਖਾ ਰਿਆ ਸੁਣਾਈ ਆ। ਇਹ ਮਾੜਾ ਕੰਮ ਕੀਤਾ, ਤੂੰ ਇਹਨੂੰ ਮਾਰਨਾ ਨਹੀਂ ਸੀ। ਕਿੱਡੀ ਸੋਹਣੀ ਗੱਲ ਆਉਣ ਵਾਲੇ ਸਮੇਂ ਦੀ ਇਹ ਦੱਸਣ ਡਿਆ। ਸੀਤਾ ਨੇ ਉਸ ਉੱਤੇ ਪਰਦਾ ਪਾਇਆ ਆਣ, ਭੜਪੂਜੇ ਕਿਹਾ ਇਹ ਕੀ ਗਿਆਨ। ਉਹ ਲਾਗੋਂ ਬੋਲ ਪਿਆ ਇਹ ਸਾਰਾ ਕੁਝ ਮਹਾਰਾਜ ਕੀ ਆ। ਰਾਮ ਨੇ ਕਿਹਾ ਕਲਯੁਗ ਅੰਤਮ ਪੁਰਖ ਵਿਨਾਸੀ ਪ੍ਰਗਟ ਹੋਏ ਨੌਜਵਾਨ, ਤੇਰੇ ਦੁਆਰੇ ਫੇਰ ਆਵੇ ਵਿੱਚ ਜਹਾਨ। ਉਸ ਨੇ ਕਿਹਾ ਕਿਹੋ ਜਿਹਾ ਬਣਾਵਾਂ ਅਸਥਾਨ, ਜੇ ਉਹ ਭਗਵਾਨ ਨੇ ਮੇਰੇ ਕੋਲ ਆਉਣਾ ਤਾਂ ਮੈਂ ਉਹਦੇ ਲਈ ਕਿਹੋ ਜਿਹਾ ਘਰ ਤੇ ਕਿਹੋ ਜਿਹਾ ਥਾਂ ਬਣਾਵਾਂ। ਰਾਮ ਨੇ ਕਿਹਾ ਉਸ ਨੂੰ ਇਹੋ ਜਿਹਾ ਚੰਗਾ ਲੱਗੇ ਛੋਟਾ ਜਿਹਾ ਮਕਾਨ। ਇਸੇ ਕਰਕੇ ਉਹ ਸਿੱਖ ਦਾ ਛੋਟਾ ਜਿਹਾ ਹੀ ਘਰ ਸੀ ਤੇ ਉਹ ਥਾਂ ਉੱਥੇ ਆ ਕੇ ਇਹ ਸਾਰਾ ਉਸ ਨੇ ਰਾਮ ਨੇ ਕਿਹਾ ਉਸ ਨੂੰ ਕਿਹੋ ਜਿਹਾ ਚੰਗਾ ਲੱਗੇ ਛੋਟਾ ਜਿਹਾ ਮਕਾਨ, ਜਿਸ ਵਿੱਚ ਤੇਰਾ ਲੇਖਾ ਦੈ ਮਕਾਈਆ। ਦਰਬਾਨ ਕਹੇ ਹੁਣ ਮੈਂ ਭੜਪੂਜਾ
ਦੋ ਜਨਮਾਂ ਦੀ ਸੋਝੀ ਗਈ ਆਈ ਆ। ਹੁਣ ਮੈਂ ਭੜਪੂੰਜਾ ਵਾਂ, ਉਦੋਂ ਮੈਂ ਨਫਰ ਸਾਂ, ਨੰਤਾ ਮੇਰਾ ਨਾਂ ਸੀ। ਮੈਨੂੰ ਦੋ ਜਨਮਾਂ ਦੀ ਗਿਆਨ ਭਗਵਾਨ ਜੀ ਤੁਸੀਂ ਦੇ ਦਿੱਤਾ। ਦੋਹਾਂ ਜਨਮਾਂ ਦੀ ਸੋਝੀ ਗਈ ਆਈ ਆ। ਕੋਈ ਹੋਰ ਭੇਵ ਦੱਸ ਦੇ ਪੂਜਾ, ਮੈਨੂੰ ਦੇ ਸਮਝਾਈ ਆ। ਹੋਰ ਗੱਲ ਦੱਸ ਦੇ। ਰਾਮ ਨੇ ਕਿਹਾ ਜਿਸ ਵੇਲੇ ਬੁੱਧੂ ਸ਼ਾਹ ਨੇ ਗੋਬਿੰਦ ਅੱਗੇ ਰੱਖਿਆ ਕੂਜਾ। ਤੁਹਾਨੂੰ ਪਤਾ ਬੁੱਧੂ ਸ਼ਾਹ ਬਾਰੇ ਸ਼ਾਇਦ ਜਾਣਦੇ ਹੋ ਜਾਂ ਨਾ ਜਾਣਦੇ ਹੋ। ਬੁੱਧੂ ਸ਼ਾਹ ਇੱਕ ਬਹੁਤ ਵੱਡਾ ਫਕੀਰ ਸੀ, ਜਿਹਨੇ ਆਪਦੀ ਫੌਜ, ਆਪਦੇ ਦੋ ਬੱਚੇ ਲੜਾਈ ਵਿੱਚ ਮਰਵਾਤੇ ਸੀ, ਅਤੇ ਉਹਨੂੰ ਦਸਮ ਪਾਤਸ਼ਾਹ ਨੇ ਕਿਰਪਾਨ ਆਪਣੀ ਜਿਹੜੀ ਜਿੱਦਾਂ ਮਾਣ ਵਜੋਂ ਦਿੱਤੀ ਸੀ। ਉਹਨਾਂ ਨੇ ਲੜਾਈ ਦੇ ਵਿੱਚ ਫੌਜੀ ਚਾਹੀਦੇ ਸੀ। ਫੌਜੀ ਜਿਹੜੇ ਪਠਾਨ ਉਹਨਾਂ ਕੱਢ ਦਿੱਤਾ ਸੀ। ਉਹ 400 ਲੈ ਆਂਦੇ। ਜਦੋਂ ਲੜਾਈ ਦਾ ਵੇਲਾ ਆਇਆ ਉਹ ਭੱਜ ਗਏ। ਫਿਰ ਬੁੱਧੂ ਸ਼ਾਹ ਨੇ ਆਪ ਆ ਕੇ ਨਾਲ ਲੜਾਈ ਲੜੀ ਸੀ। ਉਹ ਜਦੋਂ ਗੁਰੂ ਗੋਬਿੰਦ ਸਿੰਘ ਨੇ ਪ੍ਰਗਟ ਹੋਣਾ ਵਾ, ਉਸ ਵੇਲੇ ਬੁੱਧੂ ਸ਼ਾਹ ਤੂੰ ਇੱਕ ਮਹਾਤਮਾ ਹੋਣਾ ਵਾ, ਅਤੇ ਤੂੰ ਪਰਖ ਕਰਨ ਵਾਸਤੇ ਉਹਦੇ ਕੋਲ ਆਉਣਾ ਕੁਝਾ ਲੈ। ਗੋਬਿੰਦ ਅੱਗੇ ਰੱਖਿਆ ਕੂਜਾ, ਉਸ ਵੇਲੇ ਹੋਰ ਨਹੀਂ ਕੋਈ ਹੋਣਾ ਦੂਜਾ। ਉਸ ਨੂੰ ਗੋਬਿੰਦ ਨੇ ਕਰਕੇ ਮੂਧਾ, ਦੂਜਾ ਭਾਉ ਵਿੱਚ ਰਖਾਈ ਆ। ਜਾਣੀ ਉਹਨੇ ਇਸ ਕਰਕੇ ਦੋ ਕੁੱਜੇ ਲਏ ਸੀ ਵੀ ਕਿ ਮੁਸਲਮਾਨਾਂ ਦੇ ਪੀਰ ਹੋਊ ਜਾਂ ਹਿੰਦੂਆਂ ਦਾ ਹੋਊ। ਉਹਨਾਂ ਨੇ ਉਹਨੂੰ ਉਵੇਂ ਮੂਧਾ ਕਰਤਾ ਸੀ ਵੀ ਮੈਂ ਇਹਨਾਂ ਤੋਂ ਉੱਤੇ ਸਾਰਿਆਂ ਦਾ ਹੀ ਮਾਲਕ ਹੋਊਂਗਾ। ਅੱਗੇ ਚੱਲੀਏ। ਰਾਮ ਨੇ ਕਿਹਾ ਉਹ ਭੜਪੂੰਜੇ ਤੂੰ ਅਜੇ ਬਣਨਾ ਬੁੱਧੂ, ਉਹ ਤੈਨੂੰ ਲੱਭੂ, ਤੇਰਾ ਲੇਖਾ ਉਸ ਕੋਲ ਮੁਕੂ ਜੋ ਸਭ ਦਾ ਹੋਵੇ ਕਸਾਈਆਂ। ਜਿਸ ਵੇਲੇ ਮੈਂ ਪੁਰਖ ਹਾਲ ਹੋ ਕੇ ਆਵਾਂ ਸਾਥ, ਉਸ ਵੇਲੇ ਭਗਤਾਂ ਦੀ ਹੋਵੇ ਇੱਕ ਜਮਾਤ। ਤੇਰੇ ਦਰਵਾਜ਼ੇ ਵਾਲੀ ਯਾਦ ਰੱਖਾਂ ਬਾਤ, ਚੌਥੇ ਯੁੱਗ ਵਿੱਚ ਚੌਥੇ ਜਨਮ ਦਾ ਲੇਖਾ ਕਰਾਂ ਹਿਸਾਬ। ਨਿਸਬਤ ਆਪਣੀ ਵਿੱਚੋਂ ਕਢਾਈ ਆ। ਵੀਰੋ ਗੱਲ ਇੱਥੇ ਨਹੀਂ ਮੁੱਕ ਜਾਣੀ। ਪੰਜਵੇਂ ਲੇਖੇ ਦੀ ਗੱਲ ਥੋੜ੍ਹੀ ਜਿਹੀ ਸੁਣਾ ਲਵਾਂ। ਮੈਨੂੰ ਦੀ ਯਾਰਾ ਨੀਂਦ ਆਉਂਦੀ ਤੁਹਾਨੂੰ। ਇੱਕ ਵਾਰੀ ਗੁਰੂ ਨਾਨਕ ਸਾਹਿਬ ਕਿਤੇ ਜਾ ਰਹੇ ਸੀ ਬਾਲਾ ਮਰਦਾਨਾ ਨਾਲ। ਬਾਣੀ ਸੁਣਾਉਣ ਡਿਆ ਤੁਹਾਨੂੰ, ਮੈਂ ਛੋਟੀ ਕਰਨ ਡਿਆ ਵਾਂ। ਹੋਇਆ ਕਿ ਕੋਈ ਹੁਣ ਵੀ ਹੁੰਦਾ, ਕੋਈ ਕੁਆਰੀ ਕੰਨਿਆ ਉਹ ਬੱਚਾ ਸੁੱਟ ਗਈ ਜੰਮ ਕੇ। ਲਓ ਸੁਣੋ, ਬਾਣੀ ਸੁਣ ਲਓ ਫਿਰ ਕਰੇ। ਮੇਲ ਮਿਲਾਇਆ ਕਦੇ, ਮੇਲ ਮਿਲਾਉਂਦਿਆਂ ਕਦੇ ਨਾ ਅੱਕਾਂ, ਜਗਤ ਜਨਮ ਦੇ ਵਿਛੜੇ ਨਾਲ ਮਿਲਾਈ ਆ। ਕੁਆਰੀ ਕੰਨਿਆ ਸੁੱਟ ਗਈ ਸੀ ਜੰਮ ਕੇ ਬੱਚਾ, ਜੋ ਬਾਲੇ ਲਿਆਂਦਾ ਉਠਾਈ ਆ। ਨਾ ਉਸ ਨੂੰ ਨਾਨਕ ਵੇਖ ਕੇ 9 ਘੰਟੇ ਹੱਥ ਜੋੜ ਕੇ ਦੋਵੇਂ ਹੱਥਾਂ, ਨਾਨਕ ਨੇ ਉਸ ਵੇਲੇ ਢੱਕ ਕੇ ਵਿੱਚ ਕੱਖਾਂ, ਉਹਦੀ ਸੁਰਤੀ ਸ਼ਬਦ ਵਿੱਚ ਮਿਲਾਈ ਆ। ਉਹਦੇ ਤੇ ਕਿਰਪਾ ਕਰਕੇ ਉਹਨੂੰ ਜਿਉਂਦਾ ਕਰਤਾ। ਗੱਲ ਇੱਥੇ ਮੁਕਾ ਦਿੰਦਾ ਮੈਂ। ਭਗਵਾਨ ਦਾ ਰੂਪ ਸੀ, ਸਭ ਕੁਝ ਕਰ ਸਕਦੇ ਸੀ। ਬਾਲਾ ਤੇ ਮਰਦਾਨਾ ਦੋਵੇਂ ਗੁੱਸੇ ਹੋ ਗਏ। ਮਹਾਰਾਜ ਕਿੰਨੇ ਸਾਲ ਹੋ ਗਏ ਤੁਹਾਡੇ ਨਾਲ ਫਿਰਦਿਆਂ ਨੂੰ, ਕੈਸ਼ ਕਰਦਿਆਂ ਨੂੰ, ਤੁਸੀਂ ਸਾਡੇ ਨਾਲ ਕਦੀ ਇੱਦਾਂ ਪਿਆਰ ਹੀ ਨਹੀਂ ਕੀਤਾ ਜਿੰਨਾ ਇਹਦੇ ਨਾਲ ਕਰ ਦਿੱਤਾ। ਉੱਥੇ ਫਿਰ ਗੁਰੂ ਨਾਨਕ ਕਹਿੰਦਾ ਪਿਆਰ ਨਾਲ ਕਿਹਾ ਬੱਚਾ ਤੇਰਾ ਲੇਖਾ ਫੇਰ ਦੇਵੇ ਮੇਰਾ ਸਾਹਿਬ ਗਸਾਈਆਂ। ਬਾਲੇ ਕਿਹਾ ਇਹ ਕੀ ਤੇਰੀ ਮਾਇਆ, ਨਾਨਕ ਕਿਹਾ ਪ੍ਰਭ ਖੇਲ ਰਚਾਇਆ। ਸਾਚੀ ਸੇਵਾ ਮੈਨੂੰ ਲਾਇਆ, ਜਗਤ ਕਹਾਣੀ ਨਾ ਕੋਈ ਰਲਾਈ ਆ। ਜਿਸ ਭੜਪੂੰਜੇ ਪੰਚ ਬਟੀ ਸੀ ਡੇਰਾ ਲਾਇਆ। ਇਸ ਬੱਚੇ ਦਾ ਪਹਿਲਾ ਨਾਤਾ ਉਸ ਦੇ ਨਾਲ ਰਿਹਾ ਰਖਾਈ ਆ। ਵੀਰੋ ਉਸ ਗੁਰਮਤਿ ਦੀਆਂ 2 ਹੀ ਲੜਕੀਆਂ ਸੀ, ਲੜਕਾ ਹੈ ਨਹੀਂ ਸੀ।
ਉਹ ਬੱਚੀ ਉਹਦੇ ਘਰ ਫਿਰ ਪਹਿਲੀ ਬੱਚੀ ਸੀ ਹੋ ਕੇ ਆਈ। ਲਓ ਅੱਗੇ ਚਲੇ ਜਾਂਦੇ ਹਾਂ। ਪਹਿਲਾ ਨਾਤਾ ਉਸ ਦੇ ਨਾਲ ਰਿਹਾ ਰਖਾਈਆਂ, ਅੱਗੇ ਵਾਧਾ ਹੋਰ ਕਰਾਇਆ, ਲੋਕ ਮਾਤ ਜਨਮ ਦਵਾਈਆਂ, ਨਾਨਕ ਲੇਖ ਨਾ ਕੋਈ ਮਟਾਇਆ, ਪੁੱਤਰ ਧੀ ਇੱਕੋ ਰੰਗ ਰੰਗਾਇਆ, ਹਰ ਦਾਤੇ ਬੇਪਰਵਾਹੀਆਂ। ਪੁੱਤਰ ਧੀ 'ਚ ਕੋਈ ਫਰਕ ਨਹੀਂ ਦੱਸਿਆ ਇੱਥੇ, ਪਰਮਾਤਮਾ ਦਾ ਲੈਣਾ ਦੇਣਾ ਲੇਖਾ ਪੱਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਬ ਲੇਖੇ ਦਾ ਪੂਰਾ ਕਰਕੇ ਦਾਨ, ਗਿਆਨ ਮੰਦਰ ਵਿੱਚ ਰਖਾਇਆ। 4 ਹੋ ਗਏ ਵੀਰੋ, 5ਵਾਂ ਹੁਣ ਜਿਹਦਾ ਉਹਦਾ ਹੁਣ ਦਾ ਜਨਮ ਸੀ ਉਹ ਵੀ ਦੱਸ ਦਿਆਂ, ਫਿਰ ਮੈਂ ਛੁੱਟੀ ਲੈ ਲੈਣੀ ਹੈ। ਜੇ ਕਿਸੇ ਗੁਰਮੁਖ ਨੂੰ ਹੋਵੇ ਸਾਰਿਆਂ ਦੇ 5 ਦੇ ਮੇਰੇ ਕੋਲ ਲੇਖੇ ਪਏ ਆ, ਫਿਰ ਸਮਾਂ ਮਿਲਿਆ ਫਿਰ ਕਿਤੇ ਸੁਣਾ ਰਿਹਾ ਨੇ। ਇਹ ਵੇਖ ਲਿਓ ਵੀ ਜਨਮਾਂ ਦੀ ਗੱਲ ਹੈਗੀ ਕਿ ਨਹੀਂ ਹੈਗੀ ਬਸ। ਹਾਂਜੀ, ਜਿੱਥੇ ਕਿਹਾ ਸੀ ਜਿਸ ਵੇਲੇ ਮੈਂ ਪੁਰਖ ਅਕਾਲ ਹੋ ਕੇ ਆਵਾਂ ਸਾਥ, ਉਸ ਵੇਲੇ ਹੋਵੇ ਇੱਕ ਜਮਾਤ, ਤੇਰੇ ਦਰਵਾਜ਼ੇ ਦੀ ਯਾਦ ਰੱਖਾਂ ਬਾਤ। ਚੌਥੇ ਯੁੱਗ ਵਿੱਚ ਚੌਥੇ ਜਨਮ ਦਾ ਲੇਖਾ ਕਰਾਂ ਹਿਸਾਬ, ਨਿਸਬਤ ਆਪਣੀ ਨਾਲੋਂ ਕਢਾਈ ਆ। ਆਪਦੇ ਹਿਸਾਬ ਕਿਤਾਬ ਦੇ ਵਿੱਚੋਂ ਮੇਰੇ ਕੋਲੇ ਸਾਰਾ ਰਿਕਾਰਡ ਪਿਆ, ਉਹਦੇ ਵਿੱਚੋਂ ਸਾਰੀ ਗੱਲ ਕੱਢੂੰਗਾ। ਪ੍ਰੇਮ ਪ੍ਰੀਤੀ ਤੇਰੀ ਵੇਖੇ ਵੇਖਣ ਦਾ ਜਿਸ ਨੂੰ ਚਾਹੋ, ਪ੍ਰੀਤਮ ਸਿੰਘ ਤੇਰੇ ਨਾਮ ਮਿਲੇ ਵਡਿਆਈ ਆ। ਜਾਮਾ ਆ ਗਿਆ ਪ੍ਰੀਤਮ ਸਿੰਘ ਦਾ, ਉਹਦੇ ਮਾਣ ਵਡਿਆਈ ਦੇਤੀ ਆ, ਨਾਲ ਹੀ ਉਹਨੂੰ ਇਹ ਸਿੱਖਿਆ ਵੀ ਦੇਤੀ। ਸ੍ਰਿਸ਼ਟੀ ਕਹਿੰਦੀ, ਸ੍ਰਿਸ਼ਟੀ ਵਿੱਚ ਸਾਰੇ ਕਹਿੰਦੇ ਪੁੱਤਰਾਂ ਦੇ ਨਾਲ ਰਹੇ ਨਾਉ, ਭਗਤ ਕਹੇ ਭਗਵਾਨ ਬਿਨਾ ਕੰਮ ਕਿਸੇ ਨਾ ਆਈਆ। ਵੇਖੋ ਕਿਸੇ ਨੂੰ ਪਿਤਾ ਛੱਡ ਗਿਆ, ਕਿਸੇ ਨੂੰ ਬਾਬਾ, ਮਾਤਾ ਕਿਸੇ ਦੀ ਸੰਗ ਨਾ ਕੋਈ ਨਿਭਾਈ ਆ। ਇਹ ਜੁਗ ਚੌਂਕੜੀ ਦੀ ਰੱਖੇ ਯਾਦਾਂ, ਯਾਦ ਆਸਤਨਾ ਕਦੇ ਪੜ੍ਹਾਈ ਆ। ਅੱਜ ਗ੍ਰੰਥਾਂ ਵਿੱਚ ਉਹਦਾ ਨਾਂ ਅੰਕਿਤ ਕਰ ਦਿੱਤਾ, 4 ਯੁੱਗਾਂ ਲਈ ਉਹਨੂੰ ਯਾਦ ਕਰਨਗੇ। ਇੱਥੇ ਦਾ ਸ਼ਮਾ ਲੈਂਦਾ, ਕੋਈ ਪੜ੍ਹਦਿਆਂ ਵਾਧਾ ਘਾਟਾ ਬੋਲਿਆ ਗਿਆ ਹੋਵੇ, ਕਿਹਾ ਗਿਆ ਹੋਵੇ, ਮਾਫ਼ ਕਰਨਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ